ਹੈਲੋ ਦੋਸਤੋ, ਇਹ ਕਹਾਣੀ ਉਸ ਇਨਸਾਨ ਦੀ ਹੈ ਜੋ 20 ਸਾਲਾਂ ਵਿੱਚ ਜੇਲ੍ਹ ਵਿੱਚੋਂ ਇੱਕ ਸੁਰੰਗ ਬਣਾ ਕੇ ਭੱਜਣ ਵਿੱਚ ਉੱਥੋਂ ਕਾਮਯਾਬ ਹੋ ਜਾਂਦਾ ਹੈ। ਇਹ ਕਹਾਣੀ ਹੈ ਐਂਡੀ ਡਿਊਫਰੇਨ ਦੀ, ਜੋ ਕਿ ਬਹੁਤ ਵੱਡੇ ਬੈਂਕ ਦਾ ਇੱਕ ਬੈਂਕਰ ਹੁੰਦਾ ਹੈ। ਉਸ ਨੂੰ ਉਸਦੀ ਪਤਨੀ ਅਤੇ ਉਸਦੇ ਪ੍ਰੇਮੀ ਦੇ ਕਤਲ ਲਈ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਉਸ ਨੂੰ ਇਹੋ ਜਿਹੀ ਜੇਲ੍ਹ ਵਿੱਚ ਉਮਰ ਭਰ ਲਈ ਭੇਜਿਆ ਜਾਂਦਾ ਹੈ ਜਿੱਥੋਂ ਅੱਜ ਤੱਕ ਕੋਈ ਵੀ ਭੱਜ ਨਹੀਂ ਸੀ ਸਕਿਆ। ਇਸ ਜੇਲ੍ਹ ਦਾ ਨਾਮ ਹੁੰਦਾ ਹੈ ਸ਼ਾਸਨ। ਇਸ ਜੇਲ੍ਹ ਵਿੱਚ ਇਹੋ ਜਿਹੇ ਕੈਦੀ ਵੀ ਹਨ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਹੀ ਬਿਤਾਈ ਹੈ। ਜਦੋਂ ਇਹ ਜੇਲ੍ਹ ਵਿੱਚ ਆਏ ਉਸ ਸਮੇਂ ਬਾਹਰ ਦੀ ਜ਼ਿੰਦਗੀ ਅੱਜ ਦੀ ਜ਼ਿੰਦਗੀ ਤੋਂ ਬਿਲਕੁਲ ਅਲੱਗ ਸੀ। ਨਾਲ ਇਸ ਜੇਲ੍ਹ ਦੇ ਕਾਇਦੇ ਕਾਨੂੰਨ ਬਹੁਤ ਸਖਤ ਬਣਾਏ ਗਏ ਸਨ। ਇੱਥੇ ਜੇ ਕੋਈ ਇਨਸਾਨ ਗਲਤੀ ਕਰਦਾ ਹੈ ਜਾਂ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਮਾਰਿਆ ਜਾਂਦਾ ਹੈ ਜਾਂ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਐਂਡੀ ਸ਼ੁਰੂ ਵਿੱਚ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦਾ, ਪਰ ਕੁਝ ਦਿਨਾਂ ਬਾਅਦ ਉਹ ਇੱਕ ਕੈਦੀ ਨੂੰ ਮਿਲਦਾ ਹੈ ਜਿਸ ਦਾ ਨਾਮ ਰੈੱਡ ਹੁੰਦਾ ਹੈ। ਰੈੱਡ ਦੇ ਇਸ ਜੇਲ੍ਹ ਵਿੱਚ 20 ਸਾਲ ਬੀਤ ਚੁੱਕੇ ਹਨ। ਉਹ ਇੱਥੇ ਬਾਹਰ ਦੀ ਕੋਈ ਵੀ ਚੀਜ਼ ਮੁਹੱਈਆ ਕਰਵਾ ਸਕਦਾ ਸੀ। ਤਾਂ ਐਂਡੀ ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਇੱਕ ਹਥੌੜੀ ਅਤੇ ਇੱਕ ਐਕਟਰੈਸ ਦਾ ਵੱਡਾ ਪੋਸਟਰ ਚਾਹੀਦਾ ਹੈ। ਰੈੱਡ ਉਸ ਨੂੰ ਪੁੱਛਦਾ ਹੈ ਕਿ ਤੂੰ ਉਸ ਹਥੌੜੀ ਨਾਲ ਸੁਰੰਗ ਬਣਾਏਗਾ। ਤਾਂ ਐਂਡੀ ਉਸ ਨੂੰ ਕਹਿੰਦਾ ਹੈ ਕਿ ਜਦੋਂ ਤੂੰ ਉਸ ਹਥੌੜੀ ਨੂੰ ਦੇਖੇਗਾ ਤਾਂ ਤੈਨੂੰ ਆਪ ਸਮਝ ਆ ਜਾਵੇਗਾ ਕਿ ਉਸ ਨਾਲ ਕੀ ਕੀਤਾ ਜਾ ਸਕਦਾ ਹੈ। ਐਂਡੀ ਦੇ ਕਹਿਣ ਤੇ ਰੈੱਡ ਉਸ ਲਈ ਹਥੌੜੀ ਅਤੇ ਪੋਸਟਰ ਮੰਗਵਾ ਦਿੰਦਾ ਹੈ। ਤਾਂ ਉਹ ਉਸ ਹਥੌੜੀ ਨੂੰ ਦੇਖ ਕੇ ਰੈੱਡ ਸੋਚਦਾ ਹੈ ਕਿ ਇਸ ਹਥੌੜੀ ਨਾਲ ਤਾਂ ਸੁਰੰਗ ਬਣਾਉਣ ਲਈ 600 ਸਾਲ ਲੱਗ ਜਾਣੇ ਹਨ। ਅਸਲ ਵਿੱਚ ਐਂਡੀ ਨੂੰ ਪੱਥਰ ਤਰਾਸ਼ਣ ਦਾ ਸ਼ੌਕ ਹੁੰਦਾ ਹੈ। ਇਸੇ ਕੰਮ ਲਈ ਉਹ ਇਹ ਹਥੌੜੀ ਮੰਗਵਾਉਂਦਾ ਹੈ। ਹੁਣ ਇੱਕ ਦਿਨ ਉਹ ਤਿੰਨ ਕੈਦੀ ਜਿਨ੍ਹਾਂ ਦੀ ਐਂਡੀ ਉੱਪਰ ਗੰਦੀ ਨਜ਼ਰ ਹੁੰਦੀ ਹੈ ਉਹ ਉਸ ਨੂੰ ਫੜ ਲੈਂਦੇ ਹਨ ਅਤੇ ਉਸ ਨਾਲ ਸਰੀਰਕ ਸ਼ੋਸ਼ਣ ਕਰਦੇ ਹਨ। ਇਹ ਸਿਲਸਿਲਾ ਇਸੇ ਤਰ੍ਹਾਂ 2 ਸਾਲ ਤੱਕ ਚੱਲਦਾ ਰਹਿੰਦਾ ਹੈ। ਐਂਡੀ ਨੇ ਇਸ ਦੀ ਕਿਸੇ ਕੋਲ ਕੋਈ ਸ਼ਿਕਾਇਤ ਨਹੀਂ ਸੀ ਕੀਤੀ। ਐਂਡੀ ਦੇ ਸਰੀਰ ਉੱਪਰ ਹਮੇਸ਼ਾ ਨਿਸ਼ਾਨ ਬਣੇ ਰਹਿੰਦੇ ਸਨ ਅਤੇ ਉਸ ਦੇ ਮੂੰਹ ਉੱਪਰ ਇੱਕ ਅਜੀਬ ਖਾਮੋਸ਼ੀ ਰਹਿੰਦੀ ਸੀ। ਇੱਕ ਦਿਨ ਛੱਤ ਦੀ ਮੁਰੰਮਤ ਕਰਨ ਲਈ ਕੁਝ ਕੈਦੀਆਂ ਨੂੰ ਚੁਣਿਆ ਜਾਂਦਾ ਹੈ। ਉਹਨਾਂ ਵਿੱਚ ਇੱਕ ਕੈਦੀ ਐਂਡੀ ਵੀ ਹੁੰਦਾ ਹੈ। ਇੱਥੇ ਇਹਨਾਂ ਦਾ ਇੰਚਾਰਜ, ਜਿਸ ਦਾ ਨਾਮ ਹੈਡਲੀ ਹੈ, ਉਹ ਕਾਫੀ ਪਰੇਸ਼ਾਨ ਦਿਖਾਈ ਦਿੰਦਾ ਹੈ। ਉਹ ਆਪਣੇ ਸਾਥੀਆਂ ਨੂੰ ਆਪਣੀ ਪਰੇਸ਼ਾਨੀ ਦਾ ਕਾਰਨ ਦੱਸਦਾ ਹੈ ਕਿ ਉਸਦੇ ਭਰਾ ਨੇ ਉਸਦੇ ਨਾਮ $30,000 ਕਰ ਦਿੱਤੇ ਹਨ, ਪਰ ਦੁੱਖ ਇਸ ਗੱਲ ਦਾ ਹੈ ਕਿ ਉਹ ਰਕਮ ਸਰਕਾਰ ਦੁਆਰਾ ਟੈਕਸ ਦੇ ਰੂਪ ਵਿੱਚ ਕੱਟ ਲਈ ਜਾਵੇਗੀ। ਐਂਡੀ ਅਤੇ ਰੈੱਡ ਇਹ ਸਾਰੀ ਗੱਲ ਸੁਣ ਰਹੇ ਹੁੰਦੇ ਹਨ। ਹੁਣ ਐਂਡੀ ਹੈਡਲੀ ਕੋਲ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੈਨੂੰ ਆਪਣੀ ਪਤਨੀ ਉੱਪਰ ਭਰੋਸਾ ਹੈ। ਇਹ ਸੁਣ ਕੇ ਹੈਡਲੀ ਨੂੰ ਗੁੱਸਾ ਆ ਜਾਂਦਾ ਹੈ, ਜਿਸ ਕਰਕੇ ਹੈਡਲੀ ਐਂਡੀ ਨੂੰ ਨੀਚੇ ਸੁੱਟਣ ਵਾਲਾ ਹੀ ਹੁੰਦਾ ਹੈ ਕਿ ਐਂਡੀ ਉਸ ਨੂੰ ਕਹਿੰਦਾ ਹੈ ਕਿ ਸਰਕਾਰ ਦਾ ਇੱਕ ਰੂਲ ਹੈ ਕਿ ਕੋਈ ਵੀ ਇਨਸਾਨ $6,000 ਤੱਕ ਰਕਮ ਆਪਣੀ ਪੂਰੀ ਜ਼ਿੰਦਗੀ ਵਿੱਚ ਗਿਫਟ ਕਰ ਸਕਦਾ ਹੈ। ਇਸ ਉੱਪਰ ਕੋਈ ਵੀ ਟੈਕਸ ਨਹੀਂ ਲੱਗਦਾ। ਇਸ ਕੰਮ ਲਈ ਤੈਨੂੰ ਇੱਕ ਵਕੀਲ ਦੀ ਜ਼ਰੂਰਤ ਪਵੇਗੀ, ਪਰ ਮੈਂ ਤੇਰਾ ਇਹ ਕੰਮ ਬਿਲਕੁਲ ਫ੍ਰੀ ਕਰਾਂਗਾ। ਬਦਲੇ ਵਿੱਚ ਤੂੰ ਮੇਰੇ ਸਾਥੀਆਂ ਨੂੰ ਬੀਅਰ ਪਿਲਾ ਦੇਣਾ। ਅੱਗੇ ਅਸੀਂ ਦੇਖਦੇ ਹਾਂ ਕਿ ਐਂਡੀ ਅਤੇ ਉਸਦੇ ਸਾਥੀ ਇਕੱਠੇ ਬੈਠ ਕੇ ਬੀਅਰਾਂ ਪੀ ਰਹੇ ਹੁੰਦੇ ਹਨ। ਇਸ ਦਾ ਇਹ ਮਤਲਬ ਸੀ ਕਿ ਐਂਡੀ ਨੇ ਹੈਡਲੀ ਦਾ ਕੰਮ ਪੂਰਾ ਕਰ ਦਿੱਤਾ ਸੀ। ਇੱਕ ਦਿਨ ਜੇਲ੍ਹ ਵਿੱਚ ਫਿਲਮ ਚਲਾਈ ਜਾਂਦੀ ਹੈ ਅਤੇ ਐਂਡੀ ਆਪਣੇ ਸਾਥੀਆਂ ਸਮੇਤ ਫਿਲਮ ਦੇਖ ਰਿਹਾ ਹੁੰਦਾ ਹੈ। ਉਹ ਇਕੱਲਾ ਉੱਥੋਂ ਬਾਹਰ ਨਿਕਲਦਾ ਹੈ। ਬਾਹਰ ਉਸ ਨੂੰ ਉਹ ਤਿੰਨ ਕੈਦੀ ਮਿਲਦੇ ਹਨ ਅਤੇ ਉਸ ਨੂੰ ਜ਼ਬਰਦਸਤੀ ਇੱਕ ਕਮਰੇ ਵਿੱਚ ਲੈ ਜਾਂਦੇ ਹਨ। ਉਹ ਇੱਥੇ ਵੀ ਉਸ ਨਾਲ ਜ਼ਬਰਦਸਤੀ ਕਰਨਾ ਚਾਹੁੰਦੇ ਸਨ, ਪਰ ਐਂਡੀ ਇੱਕ ਚੀਜ਼ ਨਾਲ ਉਹਨਾਂ ਦੇ ਹੈਡ ਦੇ ਸਿਰ ਉੱਪਰ ਵਾਰ ਕਰ ਦਿੰਦਾ ਹੈ, ਜਿਸ ਕਰਕੇ ਉਹ ਉਸ ਨੂੰ ਬਹੁਤ ਕੁੱਟਦੇ ਮਾਰਦੇ ਹਨ। ਉਹ ਇਸ ਨੂੰ ਇੰਨਾ ਮਾਰਦੇ ਹਨ ਕਿ ਉਸ ਨੂੰ 1 ਮਹੀਨਾ ਹਸਪਤਾਲ ਵਿੱਚ ਰਹਿਣਾ ਪੈਂਦਾ ਹੈ। ਇਸ ਦੌਰਾਨ ਉਸ ਕੈਦੀ ਨੂੰ 8 ਦਿਨ ਲਈ ਕਾਲ ਕੋਠੜੀ ਵਿੱਚ ਪਾ ਦਿੱਤਾ ਜਾਂਦਾ ਹੈ। 8 ਦਿਨਾਂ ਬਾਅਦ ਉਹ ਕੈਦੀ ਜਦੋਂ ਆਪਣੇ ਸੈੱਲ ਵਿੱਚ ਜਾਂਦਾ ਹੈ ਤਾਂ ਉੱਥੇ ਉਹ ਆਫੀਸਰ ਆ ਜਾਂਦਾ ਹੈ ਜਿਸ ਦਾ ਐਂਡੀ ਨੇ ਟੈਕਸ ਬਚਾਇਆ ਹੁੰਦਾ ਹੈ। ਉਹ ਆਫੀਸਰ ਕੈਦੀ ਨੂੰ ਇੰਨਾ ਮਾਰਦਾ ਹੈ ਕਿ ਉਹ ਸਾਰੀ ਉਮਰ ਚੱਲ ਨਹੀਂ ਸਕਦਾ। ਉਹ ਅਪੰਗ ਹੋ ਜਾਂਦਾ ਹੈ। ਹੁਣ ਇੱਕ ਦਿਨ ਉਸ ਜੇਲ੍ਹ ਦਾ ਵਾਰਡਨ ਐਂਡੀ ਦੇ ਸੈੱਲ ਵਿੱਚ ਆਉਂਦਾ ਹੈ। ਉਹ ਉਸ ਦੀ ਸੈੱਲ ਦੀ ਚੈਕਿੰਗ ਕਰਵਾਉਂਦਾ ਹੈ। ਅਸਲ ਵਿੱਚ ਉਹ ਚੈਕਿੰਗ ਦੇ ਬਹਾਨੇ ਐਂਡੀ ਨੂੰ ਮਿਲਣਾ ਚਾਹੁੰਦਾ ਸੀ। ਉੱਥੇ ਉਸ ਨੂੰ ਸਿਰਫ ਇੱਕ ਬਾਈਬਲ ਮਿਲਦੀ ਹੈ। ਉਹ ਬਾਈਬਲ ਐਂਡੀ ਨੂੰ ਵਾਪਸ ਕਰਦਾ ਹੋਇਆ ਕਹਿੰਦਾ ਹੈ ਕਿ ਇਸੇ ਵਿੱਚ ਤੇਰੀ ਮੁਕਤੀ ਹੈ। ਵਾਰਡਨ ਐਂਡੀ ਤੋਂ ਇੰਪ੍ਰੈਸ ਹੁੰਦਾ ਹੈ, ਇਸੇ ਲਈ ਉਹ ਉਸ ਨੂੰ ਲਾਇਬ੍ਰੇਰੀ ਵਿੱਚ ਰੱਖ ਲੈਂਦਾ ਹੈ। ਲਾਇਬ੍ਰੇਰੀ ਵਿੱਚ ਇੱਕ ਬੁੜਾ ਆਦਮੀ ਹੁੰਦਾ ਹੈ ਜੋ ਬਹੁਤ ਸਾਲਾਂ ਤੋਂ ਲਾਇਬ੍ਰੇਰੀ ਦੀ ਸਾਂਭ ਸੰਭਾਲ ਕਰ ਰਿਹਾ ਹੁੰਦਾ ਹੈ। ਐਂਡੀ ਨੇ ਉਸ ਦੇ ਅੰਡਰ ਰਹਿ ਕੇ ਕੰਮ ਕਰਨਾ ਹੁੰਦਾ ਹੈ। ਹੌਲੀ ਹੌਲੀ ਐਂਡੀ ਹੋਰ ਅਫਸਰਾਂ ਦੀਆਂ ਵੀ ITR ਭਰਨੀਆਂ ਸ਼ੁਰੂ ਕਰ ਦਿੰਦਾ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਹੈ ਐਂਡੀ ਕੋਲ ਵੀ ਕੰਮ ਵੱਧਦਾ ਜਾਂਦਾ ਹੈ। ਇਸ ਲਈ ਉਸ ਨੂੰ ਇੱਕ ਅਸਿਸਟੈਂਟ ਦੀ ਜ਼ਰੂਰਤ ਪੈਂਦੀ ਹੈ। ਉਹ ਆਪਣੇ ਸਭ ਤੋਂ ਚੰਗੇ ਦੋਸਤ ਰੈੱਡ ਨੂੰ ਆਪਣਾ ਅਸਿਸਟੈਂਟ ਬਣਾ ਲੈਂਦਾ ਹੈ। ਇਸੇ ਤਰ੍ਹਾਂ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ। ਹੁਣ ਵਾਰਡਨ ਜੇਲ੍ਹ ਵਿੱਚ ਇੱਕ ਪ੍ਰੋਗਰਾਮ ਚਲਾਉਂਦਾ ਹੈ ਜਿਸ ਵਿੱਚ ਕੈਦੀਆਂ ਨੂੰ ਜੇਲ੍ਹ ਤੋਂ ਬਾਹਰ ਲਿਜਾ ਕੇ ਕੰਮ ਕਰਵਾਇਆ ਜਾਂਦਾ ਹੈ। ਇਸ ਕੰਮ ਲਈ ਵਾਰਡਨ ਨੂੰ ਬਹੁਤ ਸਾਰੇ ਕੰਟਰੈਕਟ ਮਿਲ ਜਾਂਦੇ ਹਨ ਕਿਉਂਕਿ ਕੈਦੀਆਂ ਦੀ ਲੇਬਰ ਬਹੁਤ ਸਸਤੀ ਹੁੰਦੀ ਹੈ। ਵਾਰਡਨ ਇਸ ਕੰਮ ਤੋਂ ਕਾਫੀ ਪੈਸੇ ਕਮਾ ਲੈਂਦਾ ਹੈ। ਉਹ ਸਾਰਾ ਪੈਸਾ ਬਲੈਕ ਮਨੀ ਹੁੰਦਾ ਹੈ। ਐਂਡੀ ਇਸ ਪੈਸੇ ਨੂੰ ਸੰਭਾਲਣ ਵਿੱਚ ਵਾਰਡਨ ਦੀ ਮਦਦ ਕਰਦਾ ਹੈ। ਉਹ ਬੈਂਕ ਵਿੱਚ ਇੱਕ ਅਜਿਹੇ ਵਿਅਕਤੀ ਦੇ ਨਾਮ ਉੱਪਰ ਖਾਤਾ ਬਣਾਉਂਦੇ ਹਨ ਜੋ
ਅਸਲ ਵਿੱਚ ਹੁੰਦਾ ਹੀ ਨਹੀਂ। ਉਸਦੇ ਸਾਰੇ ਡਾਕੂਮੈਂਟ ਨਕਲੀ ਬਣਾਏ ਜਾਂਦੇ ਹਨ। ਉਹ ਇਹ ਸਾਰਾ ਪੈਸਾ ਉਸ ਖਾਤੇ ਵਿੱਚ ਰੱਖ ਦਿੰਦੇ ਹਨ। ਹੁਣ ਜੇਲ੍ਹ ਵਿੱਚ ਇੱਕ ਨਵਾਂ ਕੈਦੀ ਆਉਂਦਾ ਹੈ ਜਿਸ ਦਾ ਨਾਮ ਟੌਮੀ ਹੁੰਦਾ ਹੈ। ਹੁਣ ਤੱਕ ਟੌਮੀ ਕਾਫੀ ਜੇਲ੍ਹਾਂ ਵਿੱਚ ਜਾ ਚੁੱਕਿਆ ਸੀ। ਟੌਮੀ ਨੂੰ ਪਤਾ ਲੱਗਦਾ ਹੈ ਕਿ ਐਂਡੀ ਨੇ ਬਹੁਤ ਲੋਕਾਂ ਦੀ ਮਦਦ ਕੀਤੀ ਹੈ ਤਾਂ ਉਹ ਉਸ ਕੋਲ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਮੈਂ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨਾ ਚਾਹੁੰਦਾ ਹਾਂ ਤਾਂ ਜੋ ਜੇਲ੍ਹ ਤੋਂ ਬਾਹਰ ਜਾ ਕੇ ਵਧੀਆ ਜ਼ਿੰਦਗੀ ਬਿਤਾ ਸਕਾਂ। ਇਸ ਵਿੱਚ ਐਂਡੀ ਉਸ ਦੀ ਮਦਦ ਕਰਦਾ ਹੈ। ਇੱਕ ਦਿਨ ਟੌਮੀ ਰੈਡ ਨੂੰ ਐਂਡੀ ਬਾਰੇ ਪੁੱਛਦਾ ਹੈ ਕਿ ਇੰਨਾ ਇੰਟੈਲੀਜੈਂਟ ਪਰਸਨ ਜੇਲ੍ਹ ਵਿੱਚ ਕਿਵੇਂ ਪਹੁੰਚਿਆ ਤਾਂ ਰੈਡ ਉਸ ਨੂੰ ਦੱਸਦਾ ਹੈ ਕਿ ਐਂਡੀ ਨੇ ਆਪਣੀ ਪਤਨੀ ਅਤੇ ਉਸ ਨੂੰ ਮਿਲਣ ਆਏ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਸੀ। ਉਸ ਸਮੇਂ ਇਹ ਇੱਕ ਵੱਡੀ ਬੈਂਕ ਦਾ ਬੈਂਕਰ ਸੀ। ਹੁਣ ਟੌਮੀ ਐਂਡੀ ਅਤੇ ਰੈਡ ਨੂੰ ਦੱਸਦਾ ਹੈ ਕਿ ਉਹ ਪਹਿਲਾਂ ਜਿਸ ਜੇਲ੍ਹ ਵਿੱਚ ਗਿਆ ਸੀ ਉੱਥੇ ਉਸ ਨੂੰ ਇੱਕ ਕੈਦੀ ਮਿਲਿਆ ਸੀ ਜੋ ਦੱਸਦਾ ਹੈ ਕਿ ਉਹ ਇੱਕ ਘਰ ਵਿੱਚ ਚੋਰੀ ਕਰਨ ਗਿਆ ਸੀ ਜਿਸ ਥਾਂ ਉਸ ਕੋਲੋਂ ਇੱਕ ਔਰਤ ਅਤੇ ਉਸਦੇ ਪ੍ਰੇਮੀ ਦਾ ਕਤਲ ਹੋ ਜਾਂਦਾ ਹੈ। ਪਤਾ ਲੱਗਾ ਕਿ ਉਹ ਬਹੁਤ ਵੱਡੇ ਬੈਂਕਰ ਦੀ ਪਤਨੀ ਸੀ। ਹੁਣ ਰੈਡ ਨੂੰ ਸਮਝ ਆ ਜਾਂਦਾ ਹੈ ਕਿ ਐਂਡੀ ਨੇ ਆਪਣੀ ਪਤਨੀ ਦਾ ਕਤਲ ਨਹੀਂ ਸੀ ਕੀਤਾ। ਉਸ ਤੋਂ ਬਾਅਦ ਐਂਡੀ ਨੇ ਵਾਰਡਨ ਕੋਲ ਅਪੀਲ ਕੀਤੀ ਕਿ ਉਹ ਬੇਗੁਨਾਹ ਹੈ। ਉਸ ਨੂੰ ਉਸਦੀ ਬੇਗੁਨਾਹੀ ਲਈ ਇੱਕ ਗਵਾਹ ਵੀ ਮਿਲ ਚੁੱਕਿਆ ਹੈ। ਹੁਣ ਐਂਡੀ ਜੇਲ੍ਹ ਵਿੱਚੋਂ ਬਾਹਰ ਜਾਣਾ ਚਾਹੁੰਦਾ ਸੀ ਪਰ ਵਾਰਡਨ ਨਹੀਂ ਸੀ ਚਾਹੁੰਦਾ ਕਿ ਐਂਡੀ ਜੇਲ੍ਹ ਵਿੱਚੋਂ ਬਾਹਰ ਜਾਵੇ ਕਿਉਂਕਿ ਐਂਡੀ ਉਸਦੇ ਬਹੁਤ ਸਾਰੇ ਕੰਮ ਕਰਦਾ ਸੀ। ਉਹ ਉਸਦੇ ਕਾਲੇ ਪੈਸੇ ਨੂੰ ਵੀ ਸੰਭਾਲਦਾ ਸੀ। ਇੱਥੇ ਐਂਡੀ ਵਾਰਡਨ ਨੂੰ ਇਨਡਾਇਰੈਕਟ ਧਮਕੀ ਦਿੰਦਾ ਹੈ ਕਿ ਉਹ ਬਾਹਰ ਜਾ ਕੇ ਉਸਦਾ ਕੋਈ ਰਾਜ ਨਹੀਂ ਖੋਲ੍ਹੇਗਾ। ਇਸ ਗੱਲ ਉੱਤੇ ਵਾਰਡਨ ਨੂੰ ਗੁੱਸਾ ਆ ਜਾਂਦਾ ਹੈ। ਉਹ ਐਂਡੀ ਨੂੰ 1 ਮਹੀਨੇ ਲਈ ਕਾਲ ਕੋਠੜੀ ਵਿੱਚ ਪਾ ਦਿੰਦਾ ਹੈ ਅਤੇ ਉਹ ਟੌਮੀ ਨੂੰ ਵੀ ਮਰਵਾ ਦਿੰਦਾ ਹੈ ਕਿਉਂਕਿ ਟੌਮੀ ਦੀ ਗਵਾਹੀ ਨਾਲ ਐਂਡੀ ਰਿਹਾ ਹੋ ਸਕਦਾ ਸੀ। ਐਂਡੀ ਨੂੰ 2 ਮਹੀਨੇ ਕਾਲ ਕੋਠੜੀ ਵਿੱਚ ਰੱਖਿਆ ਜਾਂਦਾ ਹੈ। ਹੁਣ ਤੱਕ ਕਿਸੇ ਨੂੰ ਵੀ ਇੰਨਾ ਸਮਾਂ ਲਗਾਤਾਰ ਕਾਲ ਕੋਠੜੀ ਵਿੱਚ ਨਹੀਂ ਸੀ ਰੱਖਿਆ ਗਿਆ। ਜਦੋਂ ਉਹ ਕਾਲ ਕੋਠੜੀ ਵਿੱਚੋਂ ਬਾਹਰ ਆਉਂਦਾ ਹੈ ਤਾਂ ਉਹ ਐਂਡੀ ਅਤੇ ਰੈਡ ਇਕੱਠੇ ਦਿਖਾਈ ਦਿੰਦੇ ਹਨ। ਇੱਥੇ ਐਂਡੀ ਰੈਡ ਨੂੰ ਪੁੱਛਦਾ ਹੈ ਕਿ ਤੂੰ ਕਦੇ ਇਸ ਜੇਲ੍ਹ ਵਿੱਚੋਂ ਬਾਹਰ ਜਾ ਸਕੇਗਾ ਤਾਂ ਰੈਡ ਉਸ ਨੂੰ ਕਹਿੰਦਾ ਹੈ ਕਿ ਜਦੋਂ ਮੈਂ ਇਸ ਜੇਲ੍ਹ ਵਿੱਚੋਂ ਬਾਹਰ ਜਾਵਾਂਗਾ ਤਾਂ ਮੈਂ ਬਹੁਤ ਬੁੜਾ ਹੋ ਚੁੱਕਿਆ ਹੋਵਾਂਗਾ। ਐਂਡੀ ਰੈਡ ਨੂੰ ਕਹਿੰਦਾ ਹੈ ਕਿ ਉਹ ਇਸ ਜੇਲ੍ਹ ਵਿੱਚੋਂ ਬਾਹਰ ਜਾ ਕੇ ਸਿੱਧਾ ਜਹਾਤੋ ਨੈਜੋ ਜਾਵੇਗਾ ਜੋ ਕਿ ਮੈਕਸੀਕੋ ਵਿੱਚ ਸਮੁੰਦਰ ਕਿਨਾਰੇ ਬਹੁਤ ਸੁੰਦਰ ਜਗ੍ਹਾ ਹੈ। ਉੱਥੇ ਮੈਂ ਆਪਣਾ ਇੱਕ ਰੈਸਟੋਰੈਂਟ ਖੋਲਾਂਗਾ ਅਤੇ ਸਮੁੰਦਰ ਕਿਨਾਰੇ ਬੋਟ ਠੀਕ ਕਰਾਂਗਾ। ਉੱਥੇ ਮੈਂ ਆਪਣੇ ਪੁਰਾਣੇ ਦੋਸਤਾਂ ਨਾਲ ਮਛਲੀ ਫੜਨ ਜਾਵਾਂਗਾ। ਰੈਡ ਇਹ ਸੁਣ ਕੇ ਪਰੇਸ਼ਾਨ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਮੀਦ ਬਹੁਤ ਖਤਰਨਾਕ ਚੀਜ਼ ਹੈ। ਇਹ ਇਨਸਾਨ ਨੂੰ ਪਾਗਲ ਤੱਕ ਕਰ ਦਿੰਦੀ ਹੈ। ਤੈਨੂੰ ਸੱਚ ਦੀ ਜ਼ਿੰਦਗੀ ਵਿੱਚ ਵਾਪਸ ਆਉਣਾ ਚਾਹੀਦਾ ਹੈ। ਜਾਣ ਤੋਂ ਪਹਿਲਾਂ ਐਂਡੀ ਰੈਡ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਨਾਲ ਇੱਕ ਵਾਅਦਾ ਕਰ ਕਿ ਜਦੋਂ ਤੂੰ ਜੇਲ੍ਹ ਵਿੱਚੋਂ ਬਾਹਰ ਜਾਵੇਂਗਾ ਤਾਂ ਮੇਰਾ ਇੱਕ ਕੰਮ ਜ਼ਰੂਰ ਕਰੇਗਾ। ਰੈਡ ਕਹਿੰਦਾ ਹੈ ਹਾਂ ਮੈਂ ਤੇਰਾ ਕੰਮ ਜ਼ਰੂਰ ਕਰਾਂਗਾ। ਐਂਡੀ ਉਸ ਨੂੰ ਕਹਿੰਦਾ ਹੈ ਕਿ ਬਸਟਨ ਕੋਲ ਇੱਕ ਬਹੁਤ ਵੱਡਾ ਮੈਦਾਨ ਹੈ। ਉਸ ਮੈਦਾਨ ਅੰਦਰ ਇੱਕ ਵੱਡਾ ਦਰਖਤ ਹੈ। ਉਸ ਦਰਖਤ ਦੇ ਕੋਲ ਇੱਕ ਪੱਥਰਾਂ ਦੀ ਦੀਵਾਰ ਬਣੀ ਹੋਈ ਹੈ। ਉਸ ਪੱਥਰ ਦੀ ਦੀਵਾਰ ਅੰਦਰ ਇੱਕ ਕਾਲੇ ਰੰਗ ਦਾ ਪੱਥਰ ਹੋਵੇਗਾ ਅਤੇ ਉਸ ਦੇ ਹੇਠਾਂ ਕੁਝ ਦੱਬਿਆ ਹੋਇਆ ਹੋਵੇਗਾ। ਮੇਰੇ ਨਾਲ ਵਾਅਦਾ ਕਰ ਕਿ ਜਦੋਂ ਵੀ ਤੂੰ ਜੇਲ੍ਹ ਵਿੱਚੋਂ ਬਾਹਰ ਜਾਵੇਂਗਾ ਤਾਂ ਉਸ ਪੱਥਰ ਕੋਲ ਜ਼ਰੂਰ ਜਾਵੇਂਗਾ। ਰੈਡ ਉਸ ਨੂੰ ਪੁੱਛਦਾ ਹੈ ਕਿ ਪੱਥਰ ਦੇ ਨੀਚੇ ਕੀ ਹੈ ਪਰ ਐਂਡੀ ਉਸ ਨੂੰ ਕਹਿੰਦਾ ਹੈ ਕਿ ਤੈਨੂੰ ਇਹ ਜਾਣਨ ਲਈ ਉੱਥੇ ਜਾਣਾ ਪਵੇਗਾ। ਇਹ ਕਹਿ ਕੇ ਐਂਡੀ ਸਿੱਧਾ ਵਾਰਡਨ ਦਾ ਕੰਮ ਕਰਨ ਲਈ ਚਲਾ ਜਾਂਦਾ ਹੈ। ਉਹ ਵਾਰਡਨ ਦਾ ਸਾਰਾ ਕੰਮ ਖਤਮ ਕਰਕੇ ਉਸ ਦੇ ਸਾਰੇ ਡਾਕੂਮੈਂਟ ਇੱਕ ਖਾਸ ਤਿਜੋਰੀ ਵਿੱਚ ਰੱਖਦਾ ਹੈ। ਉਹ ਡਾਕੂਮੈਂਟ ਰੱਖਣ ਤੋਂ ਬਾਅਦ ਵਾਰਡਨ ਐਂਡੀ ਨੂੰ ਆਪਣੇ ਕੱਪੜੇ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਮੇਰੇ ਕੱਪੜਿਆਂ ਨੂੰ ਇਸਤਰੀ ਕਰਵਾ ਦੇਣਾ ਤੇ ਮੇਰੇ ਬੂਟਾਂ ਨੂੰ ਸ਼ੀਸ਼ੇ ਵਾਂਗ ਚਮਕਾ ਦੇਣਾ। ਉਸ ਤੋਂ ਬਾਅਦ ਐਂਡੀ ਵਾਪਸ ਆਪਣੇ ਸੈੱਲ ਵਿੱਚ ਆ ਜਾਂਦਾ ਹੈ। ਉਸ ਰਾਤ ਰੈਡ ਬਹੁਤ ਪਰੇਸ਼ਾਨ ਹੁੰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਐਂਡੀ ਸੱਚ ਵਿੱਚ ਆਪਣੀ ਜਾਨ ਨਾ ਲੈ ਲਵੇ। ਉਸ ਤੋਂ ਅਗਲੇ ਦਿਨ ਸਵੇਰੇ ਜਦੋਂ ਸਾਰਿਆਂ ਦੇ ਸੈੱਲ ਦੇ ਦਰਵਾਜ਼ੇ ਖੁੱਲ੍ਹਦੇ ਹਨ ਤਾਂ ਐਂਡੀ ਦੇ ਸੈੱਲ ਦਾ ਦਰਵਾਜ਼ਾ ਨਹੀਂ ਖੁੱਲ੍ਹਦਾ। ਜਦੋਂ ਗਾਰਡ ਉਸ ਦੇ ਸੈੱਲ ਕੋਲ ਪਹੁੰਚਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ। ਉਸ ਸਮੇਂ ਸਾਇਰਨ ਵਜਾਇਆ ਜਾਂਦਾ ਹੈ ਕਿ ਕੋਈ ਕੈਦੀ ਇਸ ਜੇਲ੍ਹ ਵਿੱਚੋਂ ਬਾਹਰ ਨਿਕਲ ਗਿਆ ਹੈ। ਵਾਰਡਨ ਐਂਡੀ ਦੇ ਸੈੱਲ ਵਿੱਚ ਜਾਂਦਾ ਹੈ। ਉੱਥੇ ਰੈਡ ਨੂੰ ਵੀ ਬੁਲਾਇਆ ਜਾਂਦਾ ਹੈ। ਉਸ ਨੂੰ ਪੁੱਛਿਆ ਜਾਂਦਾ ਹੈ ਕਿ ਤੈਨੂੰ ਐਂਡੀ ਬਾਰੇ ਜ਼ਰੂਰ ਪਤਾ ਹੋਵੇਗਾ ਪਰ ਰੈਡ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ। ਇਸ ਗੱਲ ਕਰਕੇ ਵਾਰਡਨ ਨੂੰ ਬਹੁਤ ਗੁੱਸਾ ਆਉਂਦਾ ਹੈ। ਉਹ ਉੱਥੇ ਪਏ ਰੋੜੇ ਕੰਕਰ ਦੀਵਾਰ ਉੱਪਰ ਮਾਰਦਾ ਹੈ ਅਤੇ ਜਦੋਂ ਹੀ ਉਹ ਇੱਕ ਰੋੜਾ ਉਸ ਵੱਡੇ ਪੋਸਟਰ ਤੇ ਮਾਰਦਾ ਹੈ ਤਾਂ ਉਹ ਰੋੜਾ ਵਾਪਸ ਨਹੀਂ ਆਉਂਦਾ। ਉਹ ਰੋੜਾ ਪੋਸਟਰ ਦੇ ਅੰਦਰ ਚਲਾ ਜਾਂਦਾ ਹੈ ਤਾਂ ਵਾਰਡਨ ਦੇਖਦਾ ਹੈ ਕਿ ਉਸ ਪੋਸਟਰ ਦੇ ਪਿੱਛੇ ਇੱਕ ਸੁਰੰਗ ਬਣਾਈ ਹੋਈ ਹੈ। ਉਸ ਸੁਰੰਗ ਨੂੰ ਦੇਖ ਕੇ ਸਾਰੇ ਬਹੁਤ ਹੈਰਾਨ ਹੁੰਦੇ ਹਨ ਕਿਉਂਕਿ ਇਹ ਬਹੁਤ ਮਜ਼ਬੂਤ ਦੀਵਾਰ ਸੀ ਜਿਸ ਵਿੱਚੋਂ ਦੀ ਸੁਰੰਗ ਬਣਾਈ ਗਈ ਸੀ। ਇਸ ਤੋਂ ਬਾਅਦ ਸਾਰੇ ਗਾਰਡ ਉੱਥੇ ਪਹੁੰਚਦੇ ਹਨ ਜਿੱਥੋਂ ਦੀ ਐਂਡੀ ਭੱਜ ਨਿਕਲਿਆ ਸੀ। ਉੱਥੇ ਉਹਨਾਂ ਨੂੰ ਉਸਦੇ ਪੁਰਾਣੇ ਕੱਪੜੇ, ਜੁੱਤੇ ਅਤੇ ਉਹ ਹਥੌੜੀ ਮਿਲਦੀ ਹੈ ਜੋ ਉਸਨੇ 20 ਸਾਲ ਪਹਿਲਾਂ ਰੈਡ ਤੋਂ ਮੰਗਵਾਈ ਸੀ। ਇਹ ਉਹ ਹਥੌੜੀ ਸੀ ਜਿਸ ਨਾਲ ਐਂਡੀ ਨੇ 20 ਸਾਲਾਂ ਤੋਂ ਸੁਰੰਗ ਬਣਾਉਂਦਾ ਆ ਰਿਹਾ ਸੀ। ਜਦੋਂ ਆਖਰੀ ਵਾਰ ਐਂਡੀ ਨੇ ਵਾਰਡਨ ਦਾ ਕੰਮ ਕੀਤਾ ਸੀ ਉਸ ਸਮੇਂ ਉਸਨੇ ਉਹ ਸਾਰੇ ਡਾਕੂਮੈਂਟ ਆਪਣੇ ਕੋਲ ਰੱਖ ਲਏ ਸਨ। ਉਹਨਾਂ ਦੀ ਥਾਂ ਬਾਈਬਲ ਰੱਖ ਦਿੱਤੀ ਸੀ ਜਿਸ ਦਾ ਵਾਰਡਨ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਲੱਗਿਆ। ਅਗਲੀ ਸਵੇਰ ਐਂਡੀ ਉਸ ਬੈਂਕ ਵਿੱਚ ਜਾਂਦਾ ਹੈ ਜਿਸ ਤਾਂ ਵਾਰਡਨ ਦਾ ਸਾਰਾ ਪੈਸਾ ਰੱਖਿਆ ਹੁੰਦਾ ਹੈ। ਉਹ ਸਾਰਾ ਪੈਸਾ ਇੱਕ ਅਜਿਹੇ ਆਦਮੀ ਦੇ ਨਾਂ ਤੇ ਰੱਖਿਆ ਗਿਆ ਸੀ ਜੋ ਅਸਲ ਵਿੱਚ ਇਸ ਦੁਨੀਆ ਤੇ ਹੈ ਹੀ ਨਹੀਂ। ਉਸ ਆਦਮੀ ਦੇ ਦਸਤਕ
ਐਂਡੀ ਹੀ ਕਰਿਆ ਕਰਦਾ ਸੀ। ਉਸ ਆਦਮੀ ਦੇ ਨਾਂ ਦੇ ਸਾਰੇ ਡਾਕੂਮੈਂਟ ਐਂਡੀ ਕੋਲ ਸਨ। ਐਂਡੀ ਉੱਥੋਂ 2.95 ਮਿਲੀਅਨ ਪੈਸੇ ਕਢਵਾ ਲੈਂਦਾ ਹੈ। ਹੁਣ ਐਂਡੀ ਸਿਰਫ ਆਜ਼ਾਦ ਨਹੀਂ ਸੀ, ਉਹ ਹੁਣ ਇੱਕ ਬਹੁਤ ਅਮੀਰ ਆਦਮੀ ਬਣ ਚੁੱਕਿਆ ਸੀ। ਐਂਡੀ ਕੋਲ ਵਾਰਡਨ ਦੇ ਸਾਰੇ ਕਾਲੇ ਕੰਮਾਂ ਦੇ ਚਿੱਠੇ ਹੁੰਦੇ ਹਨ ਜੋ ਉਹ ਪ੍ਰੈਸ ਕੋਲ ਭੇਜ ਦਿੰਦਾ ਹੈ। ਅਗਲੀ ਸਵੇਰ ਵਾਰਡਨ ਦੀ ਇਹ ਖਬਰ ਅਖਬਾਰ ਵਿੱਚ ਛਪ ਜਾਂਦੀ ਹੈ। ਹੁਣ ਜਦੋਂ ਵਾਰਡਨ ਤਿਜੋਰੀ ਖੋਲਦਾ ਹੈ ਤਾਂ ਅੰਦਰ ਸਿਰਫ ਬਾਈਬਲ ਹੀ ਹੁੰਦੀ ਹੈ ਅਤੇ ਬਾਈਬਲ ਦੇ ਪਹਿਲੇ ਪੰਨੇ ਉੱਪਰ ਐਂਡੀ ਨੇ ਲਿਖਿਆ ਸੀ ਕਿ ਤੁਸੀਂ ਸੱਚ ਕਿਹਾ ਸੀ ਕਿ ਮੁਕਤੀ ਇਸੇ ਵਿੱਚ ਹੈ। ਇਹ ਉਹੀ ਬਾਈਬਲ ਸੀ ਜਿਸ ਨੂੰ ਕੱਟ ਕੇ ਉਸ ਅੰਦਰ ਹਥੌੜੀ ਲੁਕੋ ਕੇ ਰੱਖੀ ਗਈ ਸੀ। ਹੁਣ ਬਾਹਰ ਵਾਰਡਨ ਦੇ ਸਾਰੇ ਬੁਰੇ ਕੰਮਾਂ ਦਾ ਪਤਾ ਚੱਲ ਚੁੱਕਿਆ ਸੀ ਅਤੇ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਲਈ ਆਉਂਦੀ ਹੈ। ਉਸ ਤੋਂ ਪਹਿਲਾਂ ਹੀ ਵਾਰਡਨ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲੈਂਦਾ ਹੈ। ਕੁਝ ਸਮੇਂ ਬਾਅਦ ਐਂਡੀ ਦੇ ਦੋਸਤ ਰੈੱਡ ਦੀ ਸਜ਼ਾ ਮਾਫ ਕਰ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਨਾਲ ਹੀ ਉਸ ਨੂੰ ਇੱਕ ਰੈਸਟੋਰੈਂਟ ਵਿੱਚ ਨੌਕਰੀ ਦਿੱਤੀ ਜਾਂਦੀ ਹੈ। ਇੱਕ ਦਿਨ ਰੈੱਡ ਨੂੰ ਐਂਡੀ ਨਾਲ ਕੀਤਾ ਵਾਅਦਾ ਯਾਦ ਆਉਂਦਾ ਹੈ। ਉਹ ਉਸ ਮੈਦਾਨ ਵਿੱਚ ਲੱਗੇ ਵੱਡੇ ਦਰਖਤ ਕੋਲ ਜਾਂਦਾ ਹੈ। ਉਹ ਉਸ ਪੱਥਰ ਦੀ ਦੀਵਾਰ ਵਿੱਚੋਂ ਇੱਕ ਕਾਲਾ ਪੱਥਰ ਚੱਕਦਾ ਹੈ ਜਿੱਥੋਂ ਉਸ ਨੂੰ ਇੱਕ ਚਿੱਠੀ ਅਤੇ ਕੁਝ ਪੈਸੇ ਮਿਲਦੇ ਹਨ। ਉਸ ਚਿੱਠੀ ਵਿੱਚ ਐਂਡੀ ਦਾ ਐਡਰੈਸ ਲਿਖਿਆ ਹੁੰਦਾ ਹੈ ਅਤੇ ਲਿਖਿਆ ਹੁੰਦਾ ਹੈ ਕਿ ਤੂੰ ਇਸ ਜਗ੍ਹਾ ਤੇ ਆ ਜਾਣਾ, ਮੈਂ ਇੱਥੇ ਤੇਰਾ ਇੰਤਜ਼ਾਰ ਕਰਾਂਗਾ। ਇਸ ਤੋਂ ਬਾਅਦ ਰੈੱਡ ਉੱਥੇ ਪਹੁੰਚ ਜਾਂਦਾ ਹੈ। ਉੱਥੇ ਉਹ ਦੇਖਦਾ ਹੈ ਕਿ ਸਮੁੰਦਰ ਕਿਨਾਰੇ ਐਂਡੀ ਇੱਕ ਬੋਟ ਠੀਕ ਕਰ ਰਿਹਾ ਹੁੰਦਾ ਹੈ। ਉਹ ਉਸ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਇਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਿਤਾਉਂਦੇ ਹਨ। ਇਸ ਦੇ ਨਾਲ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ। ਧੰਨਵਾਦ।